ਠੇਕੇਦਾਰ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਵੀ ਪਾਰਟੀ ਦੇ ਜਿਹੜੇ ਰਛਪਾਲ ਰਾਜੂ ਹੋਣਾ ਨੇ ਸੀਗੇ ਉਸ ਸਮੇਂ ਦੇ ਵਿੱਚ ਬੜੇ ਹੀ ਕੰਮ ਹੋਏ ਤੇ ਬੜੀ ਵੱਡੀ ਜਿੱਤ ਵੀ ਸਾਨੂੰ ਪ੍ਰਾਪਤ ਹੋਈ ਹੈ ਵੀ ਲੋਕੀ ਸਾਡੇ ਨਾਲ ਮਿਸ਼ਨ ਦੇ ਤੌਰ ਤੇ ਵੀ ਜੁੜੇ ਨੇ, ਬਹੁਜਨ ਸਮਾਜ ਪਾਰਟੀ ਵੀ ਜੁੜੇ ਨੇ। ਜੇ ਗੱਲ ਕਰੀਏ ਮੌਜੂਦਾ ਪੰਜਾਬ ਦੇ ਪ੍ਰਧਾਨ ਗੜੀ ਸਾਹਿਬ ਦੀ, ਤਾਂ ਤੁਸੀਂ ਉਹ ਤੋਂ ਉਹਨਾਂ ਦੇ ਕੰਮ ਤੋਂ ਖੁਸ਼ ਹੋ ਜਾਂ ਨਾ ਖੁਸ਼ ਹੋ? ਦੇਖੋ, ਉਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਹੈ ਔਰ ਬਹੁਤੇ ਲੋਕਾਂ ਨੂੰ ਪਸੰਦ ਨਹੀਂ ਹੈ। ਉਹਨਾਂ ਨੂੰ ਚਾਪਲੂਸ, ਉਹਨਾਂ ਦੀ ਹਾਂ ਨਾ ਹਾਂ ਮਿਲਾਉਣ ਵਾਲੇ ਜਿਹੜੇ ਲੀਡਰ ਹੈਗੇ ਆ ਜਾਂ ਉਹ ਹੈਗੇ ਬੰਦੇ ਹੈਗੇ ਆ, ਉਹ ਚਾਹੀਦੇ ਆ। ਔਰ ਮੈਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੇ ਹੱਕ 'ਚ ਹਾਂ। ਜੇ ਮੈਂ ਜ਼ਰੂਰਤ ਰੱਖਦਾ ਇਹ ਗੱਲ ਕਹਿਣ ਦੀ, ਇੱਕ ਪਾਸੇ ਮੇਰਾ ਦੋਸਤ ਖੜਾ ਹੋਵੇ, ਇੱਕ ਪਾਸੇ ਮੇਰਾ ਭਰਾ ਖੜਾ ਹੋਵੇ, ਜੇ ਮੇਰਾ ਭਰਾ ਗਲਤ ਆ ਤਾਂ ਮੈਂ ਉਹਨੂੰ ਗਲਤ ਕਹਿ ਦੂੰਗਾ। ਔਰ ਗੜੀ ਸਾਹਿਬ ਇਹ ਚਾਹੁੰਦੇ ਕਿ ਮੇਰੀ ਜੈ ਜੈਕਾਰ ਹੋਵੇ। ਔਰ ਫਗਵਾੜੇ ਦੀ ਇਲੈਕਸ਼ਨ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜੀ ਉੱਥੇ ਦੀ ਟੀਮ ਸੀਗੀ, ਜਦੋਂ ਗੜੀ ਸਾਹਿਬ ਤੇ ਬੈਨੀਪਾਲ ਸਾਹਿਬ ਨੂੰ ਮਿਲੀ ਆ ਕਿ ਜਿਹੜੀ ਫਗਵਾੜੇ ਦੀ ਟਿਕਟ ਹੈ ਉਹ ਲੋਕਲ ਕੈਂਡੀਡੇਟ ਨੂੰ ਦਿੱਤੀ ਜਾਵੇ, ਇਹਨਾਂ ਨੇ ਇਕੱਲੇ ਬੰਦੇ ਦੇ ਵਰਕਰ ਦੇ ਅਕਾਊਂਟ ਚੈੱਕ ਕੀਤੇ। ਜਦ ਕਾਂਛੀ ਰਾਮ ਸਾਹਿਬ ਕਿਸੇ ਦੇ ਅਕਾਊਂਟ ਨਹੀਂ ਚੈੱਕ ਕਰਦੇ, ਉਹ ਦੇਖਦੇ ਸੀ ਇਸ ਬੰਦੇ ਦਾ ਕਿੰਨਾ ਆਧਾਰ ਆ, ਕਿੰਨਾ ਲੋਕਾਂ ਤੱਕ ਇਹਦੀ ਅਪਰੋਚ ਹੈਗੀ ਆ, ਜੇ ਇਹਨੂੰ ਅਸੀਂ ਖੜਾ ਕਰ ਦਈਏ ਤਾਂ ਵਧੀਆ ਰਿਜ਼ਲਟ ਦੇ ਸਕਦਾ। ਉਹਨਾਂ ਨੇ ਰਿਕਸ਼ੇ ਚਲਾਉਣ ਵਾਲਿਆਂ ਨੂੰ, ਜੁੱਤੀਆਂ ਗੰਢਣ ਵਾਲਿਆਂ ਨੂੰ ਟਿਕਟਾਂ ਦਿੱਤੀਆਂ, ਇਹ ਅਕਾਊਂਟ ਚੈੱਕ ਕਰਕੇ ਟਿਕਟਾਂ ਦਿੰਦੇ ਆ। ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਆ ਵੀ ਇਹਨਾਂ ਦੀ ਸੋਚ ਤੇ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਦੀ ਸੋਚ ਨੂੰ ਇਹਨਾਂ ਨੇ ਕਿੱਦਾਂ ਥੱਲੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਠੇਕੇਦਾਰ ਸਾਹਿਬ ਗੱਲ ਕਰੀਏ, ਇਹੋ ਜਿਹੀ ਕੋਈ ਹੈਪਨਿੰਗ, ਇਹੋ ਜਿਹੀ ਘਟਨਾ ਜਿਹੜੀ ਵਾਪਰੀ ਹੋਵੇ, ਜੇ ਤੁਸੀਂ ਦੱਸਣਾ ਚਾਹੁੰਦੇ ਹੋ ਗੜੀ ਸਾਹਿਬ ਦੀ, ਕੋਈ ਜਿਹੜਾ ਤੁਸੀਂ ਉਹ ਤੋਂ ਤੁਹਾਡੇ ਮਨ ਨੂੰ ਠੇਸ ਪਹੁੰਚੀ ਹੋਵੇ? ਇੱਕ ਮੈਂ ਥੋੜੀ ਜਿਹੀ ਗੱਲ ਦੱਸਦਾ ਤੁਹਾਨੂੰ, ਤੁਸੀਂ ਉਹ ਤੋਂ ਅੰਦਾਜ਼ਾ ਲਗਾ ਸਕਦੇ ਇਹਨਾਂ ਦੀ ਸੋਚ ਕਿਹੋ ਜਿਹੀ ਆ। ਦੋ ਗੱਲਾਂ ਮੈਂ ਕਰਾਂਗਾ। ਇੱਕ ਤਾਂ ਮੈਂ ਗੱਲ ਕਰਾਂਗਾ ਵੀ ਕਾਂਛੀ ਰਾਮ ਸਾਹਿਬ ਜਦੋਂ ਮਿਸ਼ਨ ਦੀ ਗੱਲ ਕਰਦੇ ਸੀ ਤਾਂ ਉਹ ਥੱਲੇ ਵੀ ਸੌਂਦੇ ਸੀ, ਲੋਕਾਂ ਦੇ ਘਰਾਂ 'ਚ ਵੀ ਸੌਂਦੇ ਸੀ, ਜਿਨ੍ਹਾਂ ਦੇ ਘਰ ਸੌਂਦੇ ਸੀ ਉਹਦਾ ਮਾਣ ਸਨਮਾਨ ਵੱਧਦਾ ਸੀ। ਔਰ ਇਹ ਜਿਹੜਾ ਸਾਡਾ ਪ੍ਰਧਾਨ ਜਸਵੀਰ ਗੜੀ ਜੀ ਉੱਥੇ ਹੋਟਲ 'ਚ ਰੁਕਿਆ ਕੰਪੇਨ ਦੇ ਦੌਰਾਨ, ਇਹਨਾਂ ਦਾ ਕਮਰਾ ਅਲੱਗ ਸੀ, ਇਹਨਾਂ ਦੇ ਵਾਚਮੈਨਾਂ ਦਾ ਕਮਰਾ ਅਲੱਗ ਸੀ। ਜੇ ਕੋਈ ਸੱਜਣ ਮਿੱਤਰ ਉਹਨਾਂ ਨੂੰ ਮਿਲਣ ਆਉਂਦਾ ਸੀ, ਉਹਨਾਂ ਦਾ ਖਾਣਾ ਪੀਣਾ ਅਲੱਗ ਸੀ। ਔਰ ਉਹ ਹੋਟਲ ਦਾ 55,000 ਰੁਪਈਆ 3 ਦਿਨ ਦਾ 4 ਦਿਨ ਦਾ ਬਿੱਲ ਬਣਿਆ, ਤਾਂ ਉਹ ਮੈਂ ਉੱਥੇ ਪੇ ਕੀਤਾ। ਉਹ ਜਿਹੜਾ ਹੋਟਲ ਦਾ ਜਿੰਨਾ ਵੀ ਖਰਚਾ ਸੀਗਾ ਉਹ ਤੁਹਾਡੇ ਵੱਲੋਂ ਪੇ ਕੀਤਾ ਗਿਆ ਜੀ? ਉਹ ਮੈਂ ਪੇ ਕੀਤਾ ਆਪਣੀ ਜੇਬ ਚੋਂ। ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਸਾਡਾ ਜਿਹੜਾ ਸਟੇਟ ਪ੍ਰੈਜ਼ੀਡੈਂਟ ਹੈ ਉਹ ਹੋਟਲ 'ਚ ਰੁਕਿਆ ਆ, ਹੋਟਲ ਦਾ ਬਿੱਲ ਮੈਨੂੰ ਦੇਣਾ ਪੈ ਰਿਹਾ ਆ, ਕੈਂਡੀਡੇਟ ਦੇ ਰਿਹਾ ਆ, ਤੇ ਕੈਂਡੀਡੇਟ ਦੀ ਇਹਨਾਂ ਨੇ ਮਦਦ ਕੀ ਕਰਨੀ ਆ, ਉਹਦੇ ਪੈਸਿਆਂ ਤੋਂ ਇਹ ਹੋਟਲ ਦੇ ਵਿੱਚ ਮੌਜ ਕਰ ਰਿਹਾ। ਔਰ ਮੈਂ ਇਹਨੂੰ ਜਿਹੜਾ ਬੰਦਾ ਮੇਰੇ ਕੋਲ ਪੈਸੇ ਲੈ ਕੇ ਗਿਆ, ਪੁਰਸ਼ੋਤਮ ਹੀਰ ਜੀ, ਜਿਹੜੇ ਸਾਡੇ ਹੁਸ਼ਿਆਰਪੁਰ ਦੇ ਪ੍ਰਧਾਨ ਸੀ, ਮੈਂ ਕਿਹਾ ਇਹਨਾਂ ਨੂੰ ਕਹੋ ਜੀ ਭਾਈ ਸਾਹਿਬ ਹੋਟਲ ਦਾ ਮੈਂ ਖਰਚਾ ਨਹੀਂ ਦੇ ਸਕਦਾ, ਕੰਪੇਨ ਦਾ ਮੈਂ ਖਰਚਾ ਕਰ ਸਕਦਾ, ਪਰ ਮੈਂ ਹੋਟਲ ਦਾ ਖਰਚਾ ਨਹੀਂ ਦੇ ਸਕਦਾ। ਇਹ ਹੋਟਲ 'ਚੋਂ ਇਹਨਾਂ ਨੂੰ ਵਾਪਸ ਲੈ ਕੇ ਆਓ, ਕਿਸੇ ਦੇ ਘਰ ਠਹਿਰਾਓ, ਨਾਲੇ ਵਰਕਰਾਂ ਦਾ ਮਾਨ ਸਨਮਾਨ ਵਧੇਗਾ ਕਿ ਸਟੇਟ ਪ੍ਰੈਜ਼ੀਡੈਂਟ ਮੇਰੇ ਘਰ ਰੁਕਿਆ। ਅੱਜ ਕਿਸੇ ਦੇ ਘਰ, ਕੱਲ੍ਹ ਕਿਸੇ ਦੇ ਘਰ, ਸਾਰੇ ਲੋਕ ਪਲਕਾਂ ਬਚਾ ਕੇ ਬੈਠੇ ਆ ਵੀ ਸਟੇਟ ਪ੍ਰੈਜ਼ੀਡੈਂਟ ਮੇਰੇ ਕੋਲ ਰੁਕੇ, ਪਰ ਇਹਨਾਂ ਨੇ ਮੇਰਾ ਨੁਕਸਾਨ ਕੀਤਾ। ਉੱਥੇ ਇਹ ਮੌਜਾਂ ਮਾਣਦਾ ਰਿਹਾ। ਉੱਥੇ ਬਾਕੀ ਪਾਰਟੀਆਂ ਦੇ ਲੋਕ ਵੀ ਰੁਕੇ ਸੀਗੇ, ਉਹਨਾਂ ਨਾਲ ਇਹ ਪਤਾ ਨਹੀਂ ਕੀ ਡਿਸਕਸ ਕੀਤੀ। ਉਹਦੀ ਡਿਸਕਸ ਦਾ ਨਤੀਜਾ ਇਹ ਰਿਹਾ ਕਿ ਜਿਹੜਾ ਮੁਕੇਰੀਆਂ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੇਚਤਾ, ਉਹ ਡਿਸਕਸ਼ਨ ਦੇ ਵਿੱਚ ਹੋਇਆ ਇਹਨਾਂ ਦਾ ਸਾਰਾ। ਔਰ ਸਾਡੇ ਹੁਸ਼ਿਆਰਪੁਰ 'ਚ ਆਮ ਆਦਮੀ ਪਾਰਟੀ ਦਾ, ਉੱਥੇ ਫਗਵਾੜੇ 'ਚ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਖੜਾ ਸੀ, ਇਹਨਾਂ ਨੇ ਮੁਕੇਰੀਆਂ ਜਿਹੜਾ ਉਹ ਉਹਨਾਂ ਨੂੰ ਆਮ ਨੂੰ ਵੇਚ ਦਿੱਤਾ ਵੀ ਜਿੰਨੀ ਵੋਟ ਹੈ ਸਾਰੀ ਉਹ ਆਮ ਆਦਮੀ ਪਾਰਟੀ ਨੂੰ ਪਾ ਦਿਓ। ਵੋਟ ਦੇ ਬਦਲੇ ਵੋਟ ਲਈ ਜਾਂਦੀ ਆ। ਜੇ ਇਹਨਾਂ ਨੇ ਵੋਟ ਦੇ ਬਦਲੇ ਵੋਟ ਨਹੀਂ ਲਈ ਤੇ ਫਿਰ ਕੀ ਲਿਆ ਇਹਨਾਂ ਨੇ? ਜਾਂ ਫਗਵਾੜੇ ਵਾਲਾ ਕੈਂਡੀਡੇਟ ਬਿਠਾਉਂਦੇ ਸਾਡੇ ਫੇਵਰ ਦੇ ਵਿੱਚ, ਐਲਾਨ ਕਰਦੇ ਵੀ ਅਸੀਂ ਮੁਕੇਰੀਆਂ ਦੀ ਵੋਟ ਇਹਨਾਂ ਨੇ ਪਾਉਂਦੇ ਆ, ਫਗਵਾੜੇ ਵਾਲੀ ਇਹ ਵੋਟ ਸਾਨੂੰ ਪਾਉਣਗੇ। ਇਹ ਤਾਂ ਹੋਇਆ ਨਹੀਂ। ਔਰ ਦੂਸਰੀ ਗੱਲ, ਮੈਂ ਥੋੜੀ ਜਿਹੀ ਗੱਲ ਕੰਪਲੀਟ ਕਰ ਲਾਂ। ਤੁਸੀਂ ਇੱਕ ਅਹਿਮ ਗੱਲ ਮੈਂ ਕਰਨ ਲੱਗਾ, ਸੰਗਰੂਰ ਤੋਂ 10-12 ਬੰਦਿਆਂ ਦੀ ਟੀਮ ਫਗਵਾੜੇ ਕੰਪੇਨ ਕਰਨ ਵਾਸਤੇ ਆਈ। ਮੈਂ ਤੇ ਗੜੀ ਜੀ ਬੈਠੇ ਕੋਈ ਡਿਸਕਸ ਕਰ ਰਹੇ ਸੀ, ਤਾਂ ਉਹ ਟੀਮ ਅੰਦਰ ਆ ਗਈ। ਉਹਨਾਂ ਨੇ ਪੁੱਛਿਆ ਪ੍ਰਧਾਨ ਜੀ ਸਾਨੂੰ ਕੋਈ ਕੰਮ ਦਿਓ, ਅਸੀਂ ਕੀ ਕਰੀਏ। ਇਹ ਫਗਵਾੜੇ ਦੇ ਬਾਈ ਇਲੈਕਸ਼ਨ 2019। ਉਹਨਾਂ ਨੇ ਟੀਮ ਨੂੰ ਇਹ ਗੱਲ ਕਹੀ ਕਿ ਤੁਸੀਂ ਜਾਓ ਸ਼ਹਿਰ ਦੇ ਵਿੱਚ ਘੁੰਮੋ, ਜੇ ਕਿਸੇ ਦਰਖਤ ਤੇ ਕਾਂਗਰਸ ਦਾ ਪੋਸਟਰ ਜਾਂ ਸਟicker ਲੱਗਾ ਆ ਉਹਦੀ ਫੋਟੋ ਖਿੱਚੋ, ਇਸ ਨੰਬਰ ਤੇ ਕੰਪਲੀਟ ਕਰ ਦਿਓ। ਜੇ ਸਰਕਾਰੀ ਦੀਵਾਰ ਤੇ ਕੋਈ ਉਹਨਾਂ ਦਾ ਪੋਸਟਰ ਜਾਂ ਸਟicker ਲੱਗਿਆ ਉਹਦੀ ਫੋਟੋ ਖਿੱਚੋ, ਇਸ ਨੰਬਰ ਤੇ ਕੰਪਲੀਟ ਕਰ ਦਿਓ। ਕਿਸੇ ਬਿਜਲੀ ਦੇ ਖੰਭੇ ਤੇ, ਟੈਲੀਫੋਨ ਦੇ ਖੰਭੇ ਤੇ ਕਿਤੇ ਉਹਨਾਂ ਦੀ ਲੱਗੀ ਹੈ
ਫੋਟੋ ਜਾਂ ਆਪਣਾ ਸਟicker ਜਾਂ ਪੋਸਟਰ ਚਿਪਕਾਇਆ ਆ ਉਹਦੀ ਫੋਟੋ ਖਿੱਚੋ ਤਾਂ ਇਸ ਨੰਬਰ ਤੇ ਕੰਪਲੇਂਟ ਕਰ ਦਿਓ। ਹਰੇਕ ਬੰਦਾ 100 ਕੰਪਲੇਂਟ ਕਰੂਗਾ। ਮੈਂ ਕੋਲ ਬੈਠਾ ਸੀ, ਮੈਂ ਕਿਹਾ ਗੜੀ ਸਾਹਿਬ ਇਹ ਕੰਪਲੇਂਟ ਕਰਨ ਦਾ ਸਾਨੂੰ ਕੀ ਲਾਭ ਹੋਏਗਾ? ਕਹਿੰਦੇ ਜੀ ਅਸੀਂ ਕਾਂਗਰਸ ਨੂੰ ਵਕਤ ਪਾਵਾਂਗੇ। ਮੈਂ ਕਿਹਾ ਵੀ ਕਿ ਕਾਂਗਰਸ ਨੇ ਜਾਲ ਫਸਾਇਆ, ਉਹਨਾਂ ਨੇ ਸਰਕਾਰੀ ਇਮਾਰਤਾਂ ਤੇ ਸਟicker ਲਾਤੇ, ਸਰਕਾਰੀ ਪੋਲਾਂ ਤੇ ਲਾਤੇ, ਦਰਖਤਾਂ ਤੇ ਲਗਾਤੇ। ਉਹ ਤੁਸੀਂ ਉਸ ਜਾਲ 'ਚ ਫਸ ਰਹੇ ਆ ਉਹਦਾ ਵਿਰੋਧ ਕਰਨ 'ਚ। ਤੁਸੀਂ ਮੈਂ ਕਿਹਾ ਮੈਨੂੰ ਇਹ ਪਹਿਲਾਂ ਦੱਸੋ ਵੀ ਤੁਸੀਂ ਵੋਟਾਂ ਨਾਲ ਜਿੱਤਣਾ ਜਾਂ ਇਹ ਵਿਰੋਧ ਕਰਕੇ ਜਿੱਤਣਾ, ਕੰਪਲੇਂਟ ਕਰਕੇ ਜਿੱਤਣਾ? ਅੱਜ ਸਾਨੂੰ ਵੋਟਾਂ ਦੀ ਜ਼ਰੂਰਤ ਆ। ਇਹ ਜਿਹੜੀ ਟੀਮ 8 9 10 ਬੰਦੇ ਆਏ ਆ, ਇਹਨਾਂ ਨੂੰ ਪਿੰਡਾਂ 'ਚ ਭੇਜੋ, ਮਹੱਲਿਆਂ 'ਚ ਭੇਜੋ, ਘਰ ਘਰ ਜਾਣ, ਮਿਹਨਤ ਤਾਲਾ ਕਰਨ ਵੀ ਭਾਈ ਦੇਖੋ ਤੁਸੀਂ ਬਹੁਤ ਕਾਂਗਰਸ ਨੂੰ ਸਮਾਂ ਦੇ ਦਿੱਤਾ, ਬਹੁਤ ਬੀਜੇਪੀ ਨੂੰ ਸਮਾਂ ਦੇ ਦਿੱਤਾ, ਇਸ ਵਾਰ ਜਿਹੜਾ ਸਮਾਂ ਹਾਥੀ ਨੂੰ ਦਿਓ। ਸਾਨੂੰ ਇੱਕ ਵਾਰ 2.5 ਸਾਲ ਹੀ ਆ, ਸਾਨੂੰ ਇੱਕ ਵਾਰ ਪਰਖ ਤਾਂ ਲਓ। ਤੁਸੀਂ ਉਹਨਾਂ ਦਾ ਮਿਹਨਤ ਤਾਲਾ ਕਰੋ ਤਾਂ ਕਿ ਸਾਨੂੰ ਵੋਟ ਪਾਉਣ ਤੇ ਅਸੀਂ ਵੋਟਾਂ ਨਾ ਜਿੱਤੀਏ। ਮਤਲਬ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਦੀ ਸੋਚ ਕਿਹੋ ਜਿਹੀ ਹੈ। ਠੇਕੇਦਾਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਮਿਹਨਤ ਦੀ, ਕਿ ਪਾਰਟੀ ਪ੍ਰਤੀ ਉਸ ਮਿਸ਼ਨ ਪ੍ਰਤੀ ਬਹੁਤ ਜ਼ਿਆਦਾ ਤੁਸੀਂ ਮਿਹਨਤ ਕੀਤੀ ਹੈ, ਤੇ ਸਾਡੇ ਜਿਹੜੇ ਦਰਸ਼ਕ ਹੈ ਇਹਨਾਂ ਨੂੰ ਇਹ ਵੀ ਦੱਸੋ ਵੀ ਤੁਹਾਡੇ ਨਾਲ ਤੁਹਾਡੀ ਧਰਮ ਪਤਨੀ ਨੇ ਜੇ ਉਹਨਾਂ ਦੀ ਮਿਹਨਤ ਵੀ ਕਿੰਨੀ ਕੁ ਰਹੀ ਹੈ ਇਸ ਪਾਰਟੀ ਪ੍ਰਤੀ, ਤੇ ਤੁਹਾਡੇ ਨਾਲ ਮੋਢੇ ਲਾ ਕੇ ਇਲੈਕਸ਼ਨਾਂ ਪ੍ਰਤੀ? ਦੇਖੋ ਮੇਰਾ ਜਿਹੜਾ ਵਿਆਹ ਆ ਨਾ 1990 ਚ ਹੋਇਆ। ਮੇਰੀ ਜਿਹੜੀ ਵਾਈਫ ਹੈ ਉਹ ਉਸ ਮੁਹੱਲੇ ਤੋਂ ਆਈ ਸੀ ਜਿੱਥੇ ਹਿੰਦੂ ਮਾਈਂਡਡ ਲੋਕ ਰਹਿੰਦੇ ਸੀਗੇ। ਤੇ ਚਲੋ ਇਹ ਜਦੋਂ ਵਿਆਹ ਹੋਇਆ ਇਹਨਾਂ ਨੇ ਦੇਖਿਆ ਵੀ ਇੱਥੇ ਮਿਸ਼ਨ ਦੀਆਂ ਗੱਲਾਂ ਹੁੰਦੀਆਂ, ਇਹਨਾਂ ਨੇ ਆਪਣੇ ਆਪ ਨੂੰ ਮਿਸ਼ਨ ਦੇ ਵਿੱਚ ਢਾਲਿਆ। ਅੱਜ ਜਿਹੜਾ ਮੇਰਾ ਬਿਜ਼ਨਸ ਆ 6-7 ਸਟੇਟਾਂ ਦੇ ਵਿੱਚ ਭਾਰਤ ਦੇ ਵਿੱਚ ਹੈਗਾ, ਔਰ ਉਹਦੇ 'ਚ ਬਹੁਤ ਵੱਡਾ ਯੋਗਦਾਨ ਮੇਰੀ ਵਾਈਫ ਦਾ ਆ। ਕਿਉਂਕਿ ਮੈਂ ਜੇ ਤੜਕੇ 4 ਵਜੇ ਜਾਣਾ ਤਾਂ ਮੈਨੂੰ ਇਹਨਾਂ ਨੇ ਖਾਲੀ ਪੇਟ ਕਦੇ ਨਹੀਂ ਭੇਜਿਆ। ਬ੍ਰੇਕਫਾਸਟ ਗਰਮ ਤਿਆਰ ਕਰਕੇ ਮੈਨੂੰ ਖਿਲਾ ਕੇ ਫਿਰ ਭੇਜਣਾ। ਜੇ ਮੈਂ ਰਾਤ ਨੂੰ 1 2 3 4 ਵਜੇ ਵੀ ਆਇਆ ਤੇ ਮੈਨੂੰ ਖਾਣਾ ਗਰਮ ਮਿਲਿਆ ਆ, ਕਦੀ ਇਹ ਨਹੀਂ ਵੀ ਬਣਾ ਕੇ ਰੱਖਿਆ ਤੁਸੀਂ ਖਾ ਲਓ। ਔਰ ਮੇਰੀ ਵਾਈਫ ਦਾ ਬਹੁਤ ਯੋਗਦਾਨ ਰਿਹਾ ਮੇਰੇ ਬਿਜ਼ਨਸ ਦੇ ਵਿੱਚ ਵੀ। ਇਹ ਮੂਵਮੈਂਟ ਨੂੰ ਅੱਗੇ ਮੂਵਮੈਂਟ ਦੀ ਗੱਲ ਕਰਨ ਵਾਸਤੇ, ਮਿਸ਼ਨ ਦੀ ਗੱਲ ਕਰਨ ਵਾਸਤੇ, ਪਾਰਟੀ ਦੀ ਗੱਲ ਕਰਨ ਵਾਸਤੇ ਮੇਰੀ ਵਾਈਫ ਦਾ ਬਹੁਤ ਵੱਡਾ ਯੋਗਦਾਨ ਰਿਹਾ। ਔਰ ਫਗਵਾੜਾ ਦੀ 22 ਇਲੈਕਸ਼ਨ ਦੇ ਵਿੱਚ ਇਹਨਾਂ ਨੇ ਘੱਟ ਤੋਂ ਘੱਟ 20-22 ਦਿਨ 25-30 ਬੀਬੀਆਂ ਨੂੰ ਨਾਲ ਲੈ ਕੇ ਪੂਰੀ ਕੰਪੇਨ ਕੀਤੀ, ਘਰ ਘਰ ਗਏ। ਔਰ ਬੜਾ ਯੋਗਦਾਨ ਮੈਂ ਕਹਿ ਸਕਦਾ ਮੇਰੀ ਵਾਈਫ ਦਾ ਬਹੁਤ ਯੋਗਦਾਨ ਹੈ, ਮੇਰੇ ਪਰਿਵਾਰ ਦਾ ਬਹੁਤ ਯੋਗਦਾਨ ਹੈ। ਠੇਕੇਦਾਰ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਤੁਹਾਡੇ ਧਰਮ ਪਤਨੀ ਉਹਨਾਂ ਨੇ ਦਿਨ ਰਾਤ ਇੱਕ ਕੀਤੀ ਇਸ ਮਿਸ਼ਨ ਦੇ ਲਈ, ਤੇ ਤੁਹਾਡੇ ਸਮਰਥਕਾਂ ਦੇ ਨਾਲ ਉਹ ਵਿਚਰੇ ਨੇ, ਇਲੈਕਸ਼ਨ ਦੇ ਵਿੱਚ ਕੰਪੇਨ ਕੀਤੀ ਹੈ। ਇੱਕ ਵਾਰ ਤੁਹਾਡੇ ਧਰਮ ਪਤਨੀ ਹੋਣਾ ਜੀ ਨਾਲ ਵੀ ਆਪਸੇ 2 ਗੱਲਾਂ ਸਾਡੇ ਜਿਹੜੇ ਵਿਊਅਰ ਹੈ ਉਹਨਾਂ ਨਾਲ ਸਾਂਝੀਆਂ ਕਰਨਾ ਚਾਹਾਂਗੇ। ਜਿਵੇਂ ਕਿ ਤੁਸੀਂ ਠੇਕੇਦਾਰ ਭਗਵਾਨਦਾਸ ਜੀ ਸਿੱਧੂ ਹੋਣਾ ਦੀਆਂ ਗੱਲਾਂ ਸੁਣੀਆਂ, ਉਹਨਾਂ ਦੇ ਵਿਚਾਰ ਸੁਣੇ, ਤਾਂ ਉਹਨਾਂ ਕਹਿੰਦੇ ਇੱਕ ਕਾਮਯਾਬ ਇਨਸਾਨ ਮਗਰ ਇੱਕ ਔਰਤ ਦਾ ਹੱਥ ਜ਼ਰੂਰ ਹੁੰਦਾ ਆ। ਸੋ ਠੇਕੇਦਾਰ ਸਾਹਿਬ ਉਹਨਾਂ ਦੇ ਧਰਮ ਪਤਨੀ ਮੈਡਮ ਬੀਨਾ ਸਿੱਧੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸਭ ਤੋਂ ਪਹਿਲਾਂ ਮੈਮ ਤੁਹਾਡਾ ਸਵਾਗਤ ਹੈ। ਧੰਨਵਾਦੀ ਹਾਂ ਜੀ ਬਹੁਤ ਤੁਹਾਡੇ। ਤੁਸੀਂ ਸਾਡੇ ਬੇਗਮਪੁਰਾ ਨਿਵਾਸ ਵਿੱਚ ਆਏ, ਇਸ ਲਈ ਤੁਹਾਡੇ ਬਹੁਤ ਬਹੁਤ ਧੰਨਵਾਦ। ਜੇ ਗੱਲ ਕਰੀਏ ਠੇਕੇਦਾਰ ਸਾਹਿਬ ਉਹਨਾਂ ਦੀ ਕੰਪੇਨ ਵਾਸਤੇ ਉਹਨਾਂ ਨੂੰ ਕਿਤੇ ਨਾ ਕਿਤੇ ਜਾਣਾ ਪੈਂਦਾ ਸੀਗਾ, ਭਾਵੇਂ ਉਹ ਦਿਨ ਹੋਵੇ, ਰਾਤ ਹੋਵੇ, ਅੱਧੀ ਰਾਤ ਹੋਵੇ, ਉਹਨਾਂ ਨੂੰ ਜਾਣਾ ਪੈਂਦਾ ਸੀ। ਤੇ ਜਦੋਂ ਸਵੇਰੇ ਵੀ ਤੜਕਸਾਰ ਜਾਣਾ ਜਾਂ ਰਾਤ ਹਨੇਰੇ ਹੋਏ ਆਣਾ ਕਾਫੀ, ਤੇ ਠੇਕੇਦਾਰ ਸਾਹਿਬ ਨੇ ਜਿਵੇਂ ਦੱਸਿਆ ਵੀ ਕਦੀ ਵੀ ਠੰਡੀ ਰੋਟੀ ਨਹੀਂ ਖਾਣ ਨੂੰ ਮਿਲੀ। ਕਿ ਉਸ ਟਾਈਮ ਤੇ ਭਾਵੇਂ ਉਹ ਦਿਨ ਹੋਵੇ, ਭਾਵੇਂ ਰਾਤ ਹੋਵੇ, ਰਾਤ ਦੇ 3 ਵਜੇ ਹੋਣ, 4 ਵਜੇ ਹੋਣ, ਗਰਮ ਰੋਟੀਆਂ ਖਵਾਉਂਦੇ ਹੁੰਦੇ ਸੀਗੇ। ਤੇ ਆਪਣੇ ਜਿਹੜੇ ਬੱਚਿਆਂ ਨੂੰ ਉਦੋਂ ਛੋਟੇ ਹੁੰਦੇ ਸੀਗੇ, ਬੱਚਿਆਂ ਨੂੰ ਪਾਲਣਾ, ਘਰ ਦਾ ਸਾਰਾ ਕੰਮ ਕਰਨਾ, ਫਿਰ ਅਨੀਂਦਰੇ ਨੂੰ ਛੱਡਣਾ, ਤੇ ਠੇਕੇਦਾਰ ਸਾਹਿਬ ਉਹਨਾਂ ਨੇ ਕੰਪੇਨ 'ਚ ਵੀ ਜਾਣਾ। ਇਹ ਕਿਹੋ ਜਿਹਾ ਉਦੋਂ ਸਮਾਂ ਸੀ? ਦੇਖੋ ਉਦੋਂ ਸਮਾਂ ਤਾਂ ਬਹੁਤ ਸੀਗਾ। ਚਲੋ ਮੈਂ ਕਦੀ ਵੀ ਇਹਨਾਂ ਨੂੰ ਸਵੇਰੇ ਚਾਹੇ 4 ਵਜੇ ਜਾਣ, 5 ਵਜੇ, ਕਦੀ ਵੀ ਖਾਲੀ ਪੇਟ ਘਰੋਂ ਨਹੀਂ ਸੀ ਭੇਜਿਆ। ਬ੍ਰੇਕਫਾਸਟ ਪੂਰਾ ਕਰਾ ਕੇ ਭੇਜਣਾ। ਅਗਰ ਫਿਰ ਰਾਤ ਨੂੰ ਲੇਟ ਵੀ ਆਉਂਦੇ ਸੀ ਤਾਂ ਵੀ ਇਹਨਾਂ ਨੂੰ ਚਾਹੇ 12 ਵਜੇ ਆਣ, 2 ਵਜੇ ਆਣ, ਫੁਲਕਾ ਗਰਮ ਅਸੀਂ ਦੋਨਾਂ ਇਕੱਠਿਆਂ ਨੇ ਬੈਠ ਕੇ ਹੀ ਖਾਣਾ। ਕਿਉਂਕਿ ਮੈਂ ਇਹਨਾਂ ਦੀ ਵੇਟ ਕਰਦੀ ਰਹਿੰਦੀ ਸੀ ਕਦੋਂ ਆਉਂਦੇ ਆ, ਕਦੋਂ ਆਉਂਦੇ ਆ, ਤੇ ਅਸੀਂ ਫਿਰ ਦੋਨਾਂ ਇਕੱਠਿਆਂ ਨੇ ਬਹਿ ਕੇ ਹੀ ਕਰਨਾ। ਹਾਂਜੀ, ਜੇ ਗੱਲ ਕਰੀਏ ਕੰਪੇਨ ਦੀ, ਮਿਸ਼ਨ ਦੇ ਵਾਸਤੇ, ਇਸ ਕੰਪੇਨ ਵਾਸਤੇ ਭਾਵੇਂ ਇਲੈਕਸ਼ਨ ਹੁੰਦੇ ਸੀਗੇ, ਤੁਹਾਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਜਾਣਾ ਪੈਂਦਾ ਸੀ, ਵੱਖ-ਵੱਖ ਸਟੇਟਾਂ 'ਚ ਜਾਣਾ ਪੈਂਦਾ ਸੀ, ਸ਼ਹਿਰਾਂ 'ਚ ਜਾਣਾ ਪੈਂਦਾ ਸੀ। ਤੇ ਉਹ ਸਮਾਂ ਜਿਹੜਾ ਸੀਗਾ ਵੀ ਤੁਹਾਡੇ ਨਾਲ ਜਿਹੜੇ ਤੁਹਾਡੇ ਸਮਰਥਕ ਵੀ ਸੀਗੇ, ਭਾਵੇਂ ਉਹ ਬੀਬੀਆਂ ਭੈਣਾਂ ਵੀ ਸੀਗੇ, ਤੁਹਾਡੇ ਨਾਲ ਜਾਂਦੇ ਹੁੰਦੇ ਸੀਗੇ, ਵੀ ਉਹ ਆਪਣੇ ਜਿਵੇਂ ਭਰੇ ਦਿਨ 'ਚੋਂ ਕਿਵੇਂ ਸਮਾਂ ਕੱਢ ਕੇ ਕੰਪੇਨ 'ਚ ਜਾਂਦੇ ਸੀਗੇ। ਦੇਖੋ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਜਦੋਂ ਪਿੰਡ ਵਿੱਚ ਇਲੈਕਸ਼ਨ ਹੋਈ, ਇਹਨਾਂ ਦੇ ਫਗਵਾੜਾ ਜਿਮਨੀ ਚੋਣ ਹੋਈ ਆ, ਜਦੋਂ ਉਹਨਾਂ ਨੂੰ ਵੀ ਪਤਾ ਲੱਗਾ ਵੀ ਸਾਡੇ ਪਿੰਡ ਦਾ ਕੋਈ ਖੜਾ ਆ
ਬੇਟਾ ਖੜਾ ਆ ਤਾਂ ਉਹ ਸਾਰੇ ਸਾਡੇ ਇੱਕ ਵਾਰੀ ਕਹਿਣ ਤੇ ਸਾਰੀਆਂ ਬੀਬੀਆਂ ਤਿਆਰ ਹੋ ਗਈਆਂ, ਕਿਉਂਕਿ ਇਹਨਾਂ ਦਾ ਬਹੁਤ ਸਾਰੇ ਮਾਣ ਕਰਦੇ ਪਿੰਡ ਵਿੱਚ। ਸਭ ਤੋਂ ਜ਼ਿਆਦਾ ਇਹਨਾਂ ਦਾ ਮਾਣ ਇੰਨਾ ਹੁੰਦਾ ਨਾ ਵੀ ਕਦੀ ਵੀ ਇਹਨਾਂ ਦੀ ਗੱਲ ਕੋਈ ਟੋਕਦਾ ਨਹੀਂ ਹੈ, ਵੀ ਸਾਰਿਆਂ ਨੂੰ ਜਿੰਨੇ ਵੀ ਸਾਡੇ ਚਾਚਾ ਜੀ ਤਾਇਆ ਜੀ ਹੁਣੀ ਸਭ ਉੱਥੇ ਰਹਿੰਦੇ ਆ, ਇਹਨਾਂ ਦਾ ਬਹੁਤ ਮਾਣ ਕਰਦੇ ਆ, ਵੀ ਪੂਰੀ ਇੱਜ਼ਤ ਬਖਸ਼ਦੇ ਇਹਨਾਂ ਨੂੰ। ਇਹ ਵੀ ਬਹੁਤ ਕਰਦੇ ਉੱਥੇ ਪਿੰਡ ਆਪਣੇ ਸਾਰੇ ਦਾ, ਕੋਈ ਮਾੜੀ ਮੋਟੀ ਗੱਲ ਹੋ ਜਾਵੇ ਕਦੀ ਇਹਨਾਂ ਨੇ ਕੋਈ ਨਾ ਨੁੱਕਰ ਨਹੀਂ ਕੀਤੀ, ਫਾਟੇ ਨਹੀਂ ਗੱਡੀ ਲੈ ਕੇ ਦੌੜ ਜਾਣਾ ਵੀ ਮੈਂ ਆਪਣੇ ਪਿੰਡ ਜਾਣਾ, ਵੀ ਉਹਨਾਂ ਨੇ ਮੈਨੂੰ ਸੱਦਿਆ ਆ ਵੀ ਮੈਂ ਜਾਣਾ ਹੀ ਜਾਣਾ ਆ, ਚਾਹੇ ਕੋਈ ਵੀ ਪਿੱਛੇ ਪ੍ਰੋਬਲਮ ਹੋਵੇ। ਤਾਂ ਮੈਂ ਵੀ ਨਹੀਂ ਕਦੀ ਇਹਨਾਂ ਨੂੰ ਮਨਾ ਕੀਤਾ, ਮੈਂ ਕਿਹਾ ਤੁਸੀਂ ਜਾਓ ਜਿੱਥੇ ਜਾਣਾ ਨਾ, ਵੀ ਤੁਸੀਂ ਪਹਿਲਾਂ ਇਹ ਕੰਮ ਕਰੋ, ਬਾਕੀ ਤਾਂ ਕੰਮ ਬਾਅਦ ਦੇ ਆ। ਤੇ ਉਦੋਂ ਸਾਡੇ ਸਾਰੇ ਸਾਡੀਆਂ ਯਾਨੀ ਕਿ ਸਾਡੇ ਪਿੰਡ ਵਿੱਚੋਂ ਜੱਟਾਂ ਦੀਆਂ ਵੀ ਸੀ ਸਾਰੀਆਂ ਬੀਬੀਆਂ ਨਾਲ ਸੀ ਸਾਡੇ, ਤੇ ਉਹਨਾਂ ਨੇ ਕਦੀ ਮੈਨੂੰ ਮਨਾ ਨਹੀਂ ਕੀਤਾ। ਰੋਜ਼ ਮੈਂ ਇੱਥੋਂ ਸਵੇਰੇ 7:30 ਵਜੇ ਨਿਕਲ ਜਾਣਾ, ਤੇ ਉੱਥੋਂ ਬੀਬੀਆਂ ਇਕੱਠੀਆਂ ਕਰਨੀਆਂ, ਯਾਨੀ ਕਿ ਉਹ ਆਪਣੇ ਆਟੋ ਆਉਂਦੀਆਂ ਰਹੀਆਂ, 15-20 ਬੀਬੀਆਂ ਸੀਗੀਆਂ, ਤਾਂ ਰੋਜ਼ ਹੀ ਅਸੀਂ ਡੇਲੀ ਸਾਰੇ ਪਿੰਡਾਂ ਵਿੱਚ ਜਾਣਾ, ਤੇ ਸ਼ਾਮ ਨੂੰ 6 ਵਜੇ ਫਿਰ ਮੈਂ ਵਾਪਸ ਘਰ ਆਉਂਦੀ ਹੁੰਦੀ ਸੀ। ਕਰੀਏ ਕੰਪੇਨ ਦੇ ਵਿੱਚ ਸਾਨੂੰ ਪਿੰਡਾਂ ਦੀਆਂ ਇੱਕ ਗਲੀਆਂ ਵਾਹਣੀਆਂ ਪੈਂਦੀਆਂ ਸੀ, ਸ਼ਹਿਰਾਂ ਦੀਆਂ ਗਲੀਆਂ 'ਚ ਜਾਣਾ ਪੈਂਦਾ ਸੀਗਾ। ਤੇ ਉਸ ਸਮੇਂ ਲੋਕਾਂ ਦਾ ਕਿਹੋ ਜਿਹਾ ਰੁਝਾਨ ਸੀਗਾ ਵੀ ਤੁਹਾਡੇ ਪ੍ਰਤੀ, ਉਹ ਕਿਹੋ ਜਿਹੀ ਮਤਲਬ ਗੱਲਬਾਤ ਕਰਦੇ ਸਨ? ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਜ਼ਰੂਰ ਜਾਣਨਾ ਪਏਗਾ। ਹਾਂਜੀ, ਜਿੱਥੇ ਵੀ ਅਸੀਂ ਜਾਂਦੇ ਸੀ ਸਾਰੇ ਇਹੀ ਕਹਿੰਦੇ ਸੀ ਵੀ ਚਲੋ ਕੋਈ ਚਿਹਰਾ ਇਦਾਂ ਦਾ ਸਾਹਮਣੇ ਆਇਆ ਆ ਵੀ ਚਲੋ ਹੁਣ ਸਾਡਾ ਬੰਦਾ ਕੋਈ ਹੋਣਾ ਵੀ ਚਾਹੀਦਾ ਆ। ਯਾਨੀ ਸਾਰੇ ਬਹੁਤ ਇਹਨਾਂ ਦੇ ਪ੍ਰਤੀ ਬਹੁਤ ਵਧੀਆ ਤਰੀਕੇ ਨਾਲ ਬੋਲਦੇ ਸੀਗੇ। ਤੇ ਬਾਅਦ ਵਿੱਚ ਤਾਂ ਹੁਣ ਪਤਾ ਨਹੀਂ ਕੀ ਹੋਇਆ ਕੀ ਨਹੀਂ, ਇਹ ਸਾਨੂੰ ਨਹੀਂ ਪਤਾ। ਯਾਨੀ ਕਿ ਉਦੋਂ ਰੁਝਾਨ ਸਾਰਿਆਂ ਦੇ ਬਹੁਤ ਵਧੀਆ ਸੀ ਇਹਨਾਂ ਦੇ ਪ੍ਰਤੀ। ਜੇ ਗੱਲ ਕਰੀਏ ਠੇਕੇਦਾਰ ਸਾਹਿਬ ਹੁਣਾਂ ਦੀ, ਮੈਂ ਅੱਧੀ ਰਾਤ ਨੂੰ ਵੀ ਕਿਤੇ ਫੋਨ ਆ ਜਾਂਦਾ ਸੀਗਾ, ਕਿਸੇ ਨੂੰ ਮੁਸੀਬਤ ਹੁੰਦੀ ਸੀ, ਕਿਸੇ ਦਾ ਕੰਮ ਰੁਕ ਜਾਂਦਾ ਸੀਗਾ, ਭਾਵੇਂ ਉਹ ਮਿਸ਼ਨ ਲਈ ਜਾਣਾ ਪੈਂਦਾ ਸੀਗਾ, ਵੀ ਤੁਹਾਨੂੰ ਇਹ ਨਹੀਂ ਲੱਗਦਾ ਸੀਗਾ ਵੀ ਹੁਣ ਤੇ ਆਏ ਨੇ ਤੇ ਹੁਣ ਚੱਲੇ? ਕਦੀ ਨਿਰਾਸ਼ ਨਹੀਂ ਹੋਏ ਇਸ ਗੱਲ? ਨਹੀਂ, ਇਦਾਂ ਦੀ ਤਾਂ ਕੋਈ ਗੱਲ ਕਦੀ ਨਹੀਂ ਹੋਈ। ਚਲੋ ਜਿਹੜਾ ਅਸੀਂ ਜੇ ਮਿਸ਼ਨ ਲਈ ਕੰਮ ਕਰਦੇ ਸਾਨੂੰ ਕੋਈ ਇਦਾਂ ਦਾ ਨਹੀਂ ਸੀਗਾ ਵੀ ਚਲੋ ਬਾਬਾ ਸਾਹਿਬ ਦਾ ਸੁਪਨਾ ਪੂਰਾ ਹੋਣਾ ਚਾਹੀਦਾ ਆ। ਤੇ ਮੈਂ ਵੀ ਨਹੀਂ ਕਦੀ ਇਹਨਾਂ ਨੂੰ ਰੋਕਿਆ ਹੀ ਨਹੀਂ ਸੀ, ਚਾਹੇ ਜਦੋਂ ਮਰਜ਼ੀ 12 ਵਜੇ ਫੋਨ ਆ ਜਾਵੇ, 1 ਵਜੇ ਆ ਜਾਵੇ, ਜਦੋਂ ਮਰਜ਼ੀ ਚਾਹੇ ਉਸ ਆ ਕੇ ਖਾਣਾ ਖਾ ਕੇ ਜੇ ਲੇਟਣ ਵੀ ਲੱਗੇ ਹੁੰਦੇ ਨੇ, ਕੋਈ ਫੋਨ ਆ ਜਾਵੇ ਨਹੀਂ ਝੱਟ ਦੌੜ ਜਾਣਾ। ਤੇ ਮੈਂ ਕਦੀ ਵੀ ਇਹਨਾਂ ਨੂੰ ਨਹੀਂ ਰੋਕਿਆ ਇਸ ਗੱਲ। ਜੋ ਇੱਥੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਰਿਐਲਿਟੀ ਹੈ, ਇੱਥੋਂ ਅੱਜ ਪਤਾ ਲੱਗਦਾ ਹੈ ਕਿ ਕਿਸੇ ਜਿਹੜਾ ਮਹਾਨ ਸ਼ਖਸੀਅਤ ਹੁੰਦਾ ਹੈ, ਕੋਈ ਅੱਗੇ ਵੱਧਦਾ ਹੈ, ਤੇ ਉਹਦੇ ਵਿੱਚ ਜਨਾਨੀ ਦੀ ਕਿੰਨੀ ਲੋੜ ਹੈ। ਸੋ ਮੈਡਮ ਇੱਕ ਇਹੋ ਜਿਹੀ ਸ਼ਖਸੀਅਤ ਨੇ ਜੋ ਇਹਨਾਂ ਦਾ ਪੂਰਾ ਠੇਕੇਦਾਰ ਸਾਹਿਬ ਦਾ ਮਾਣ ਸਤਿਕਾਰ ਕੀਤਾ ਹੈ, ਉਹਨਾਂ ਦੇ ਮਿਸ਼ਨ ਨਾਲ ਤੁਰੇ ਨੇ, ਭਾਵੇਂ ਉਹ ਦਿਨ ਹੋਵੇ ਰਾਤ ਹੋਵੇ। ਤੇ ਨਾਲ ਇਹ ਵੀ ਇਹਨਾਂ ਨੇ ਦੱਸਿਆ ਮੈਡਮ ਹੁਣਾਂ ਵੀ ਮੈਨੂੰ ਕਦੀ ਇਹਨਾਂ ਦੇ ਵਿਚਾਰਾਂ ਤੋਂ ਵੀ ਐ ਨਹੀਂ ਲੱਗਾ ਵੀ ਜਦ ਮਿਸ਼ਨ ਨਾਲ ਤੁਰੇ ਤੇ ਘਰ ਆਏ ਤੇ ਘਰੋਂ ਚੱਲ ਗਏ। ਤੇ ਵਿਚਾਰ ਬੜੇ ਇਹਨਾਂ ਨੇ ਸੋਹਣੇ ਸਾਡੇ ਦਰਸ਼ਕਾਂ ਨੂੰ ਦੱਸੇ। ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਮਾਂ ਦੇਣ ਨੂੰ, ਚੈਨਲ ਨੂੰ। ਇਵੇਂ ਹੀ ਤੁਹਾਡੇ ਨਾਲ ਫਿਰ ਜੁੜਾਂਗੇ। ਧੰਨਵਾਦ। ਸੋ ਠੇਕੇਦਾਰ ਸਾਹਿਬ, ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਵੀ ਇੱਕ ਤਾਂ ਤੁਸੀਂ ਪਾਰਟੀ ਪ੍ਰਤੀ, ਮਿਸ਼ਨ ਪ੍ਰਤੀ ਬਹੁਤ ਹੀ ਸੇਵਾ ਕੀਤੀ ਹੈ, ਸੰਘਰਸ਼ ਕੀਤਾ, ਉਹਨਾਂ ਨੂੰ ਉਚਾਈਆਂ ਤੱਕ ਲੈ ਕੇ ਗਏ ਹੋ ਪਾਰਟੀ ਲਈ, ਬੜਾ ਕੰਮ ਕੀਤਾ ਹੈ, ਦਿਨ ਰਾਤ ਇੱਕ ਕੀਤੀ ਹੈ। ਤੇ ਕੁਝ ਸਮੇਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੋ ਗਈਆਂ ਜਦੋਂ ਤੁਸੀਂ ਫੈਡਅਪ ਹੋ ਗਏ ਸੀਗੇ, ਨਿਰਾਸ਼ ਹੋ ਚੁੱਕੇ ਸਨ, ਤੇ ਇੱਕ ਤੁਹਾਨੂੰ ਪਾਰਟੀ ਬਣਾਉਣੀ ਪਈ। ਉਹ ਜਿਹੜੀ ਪਾਰਟੀ ਹੈ, ਸਾਡੇ ਜਿਹੜੇ ਵਿਊਅਰ ਹੈ, ਸਾਡੇ ਦਰਸ਼ਕ ਹੈ, ਉਹਨਾਂ ਨੂੰ ਦੱਸੋ ਇਹ ਪਾਰਟੀ ਤੁਹਾਨੂੰ ਕਿਉਂ ਬਣਾਉਣੀ ਪਈ ਜੀ? ਦੇਖੋ, ਇਹਦੀ ਜਿਹੜੀ ਬੈਕਗਰਾਉਂਡ ਹੈ ਕਾਫੀ ਮਤਲਬ ਦਰਦ ਭਰੀ ਹੈ। ਜਿਹੜਾ ਕੋਈ ਵੀ ਇਨਸਾਨ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਜੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲੇ ਆ, ਉਹ ਬਚਪਨ ਤੋਂ ਹੀ ਮਿਸ਼ਨ ਨਾਲ ਜੁੜੇ ਹੋਏ ਆ। ਜਦੋਂ ਕਮਾਂਡ ਗਲਤ ਹੱਥਾਂ ਦੇ ਵਿੱਚ ਆ ਜਾਂਦੀ ਆ ਤੇ ਉੱਥੇ ਉਹ ਇਹ ਚਾਹੁੰਦੇ ਆ ਵੀ ਸਾਡੀ ਹਾਂ 'ਚ ਹਾਂ ਮਿਲਾਈ ਜਾਵੇ। ਤੇ ਸਾਨੂੰ ਉੱਥੇ ਬਾਬਾ ਸਾਹਿਬ ਦੀ ਗੱਲ, ਜਦੋਂ ਮੈਂ ਬਾਬਾ ਸਾਹਿਬ ਦੀ ਕਿਤਾਬ ਪੜ੍ਹਦਾ, ਉਹਦੀਆਂ ਲਿਖਤਾਂ ਪੜ੍ਹਦਾ, ਇਤਿਹਾਸ ਦੇ ਪੰਨੇ ਪਲਟਦੇ ਆ, ਤਾਂ ਉਹ 'ਚ ਸਾਨੂੰ ਇਹ ਮਿਲਦਾ, ਬਾਬਾ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਪਏਗਾ, ਚਾਹੇ ਉਹ ਰਾਜਨੀਤੀ ਹੋਵੇ, ਚਾਹੇ ਉਹ ਸਮਾਜ ਹੋਵੇ। ਜੇ ਅਸੀਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਨਹੀਂ ਕਵਾਂਗੇ ਤਾਂ ਅਸੀਂ ਗੁਨਾਹਗਾਰ ਹਾਂ, ਚਾਹੇ ਉਹ ਰਾਜਨੀਤੀ ਹੋਵੇ, ਚਾਹੇ ਉਹ ਸਮਾਜ ਹੋਵੇ। ਔਰ ਉਹਨਾਂ ਨੇ ਅੱਗੇ ਇਹ ਗੱਲ ਕਹੀ ਹੈ, ਤੇ ਜਿਹੜਾ ਇਤਿਹਾਸ ਹੈ ਉਹ ਟਕਰਾਉਣ ਵਾਲਿਆਂ ਦਾ ਲਿਖਿਆ ਜਾਂਦਾ, ਤਲਵੇ ਚੱਟਣ ਵਾਲਿਆਂ ਦਾ ਨਹੀਂ। ਔਰ ਮੈਂ ਕਦੀ ਕਿਸੇ ਦੇ ਤਲਵੇ ਨਹੀਂ ਚੱਟੇ, ਆਪਣਾ ਕੰਮ ਕੀਤਾ, ਆਪਣੇ ਪੈਸੇ ਖਰਚ ਕੇ ਕੀਤਾ। ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਮੈਨੂੰ ਇਗਨੋਰ ਕੀਤਾ, ਟਿਕਟ ਵਾਸਤੇ ਮੇਰੇ ਤੋਂ ਪੈਸੇ ਮੰਗੇ, ਮੈਂ ਟਿਕਟ ਖਰੀਦਣ ਤੋਂ ਮਨਾ ਕਰ ਦਿੱਤਾ। ਔਰ 25 ਲੱਖ ਰੁਪਈਆ ਇਹਨਾਂ ਨੇ ਮੇਰੇ ਤੋਂ ਮੰਗਿਆ, ਲੋਕ ਸਭਾ ਇਲੈਕਸ਼ਨ ਵਾਸਤੇ 25 ਲੱਖ ਰੁਪਈਆ ਮੰਗਿਆ
ਮੈਂ ਕਿਹਾ ਵੀ ਪਹਿਲਾਂ ਤਾਂ ਅਸੀਂ 5 ਸਾਲ ਪਾਰਟੀ ਲਈ ਕੰਮ ਕਰੀਏ, ਮਿਸ਼ਨ ਲਈ ਕੰਮ ਕਰੀਏ, ਪਾਰਟੀ ਨੂੰ ਫੰਡ ਦਈਏ। ਜਦੋਂ ਇਲੈਕਸ਼ਨ ਲੜਨ ਦੀ ਵਾਰੀ ਆਉਂਦੀ ਆ ਫਿਰ ਅਸੀਂ ਤੁਹਾਨੂੰ ਪੈਸੇ ਦਈਏ, ਮਤਲਬ ਟਿਕਟ ਖਰੀਦੀਏ। ਫਿਰ ਜੇ ਅਸੀਂ ਮਿਸ਼ਨ ਲਈ ਕੰਮ ਕਰਕੇ ਵੀ ਟਿਕਟ ਜਿਹੜੀ ਖਰੀਦਣੀ ਆ ਤਾਂ ਕਾਂਚੀ ਰਾਮ ਸਾਹਿਬ ਦਾ ਮਿਸ਼ਨ ਕਿੱਥੇ ਗਿਆ, ਬਾਬਾ ਸਾਹਿਬ ਦਾ ਮਿਸ਼ਨ ਕਿੱਥੇ ਗਿਆ ਵੀ ਮੈਂ ਕੋਈ ਵੀ ਟਿਕਟ ਖਰੀਦਣੀ ਨਹੀਂ ਹੈ। ਹਾਂ, ਇਲੈਕਸ਼ਨ ਵਧੀਆ ਲੜਾਂਗੇ, ਉਹ 'ਚ ਕੋਈ ਕਮੀ ਨਹੀਂ ਆਉਣ ਦੇਵਾਂਗੇ। ਤੇ ਇਹ ਜਦੋਂ ਗਲਤ ਲੋਕਾਂ ਦਾ ਜਿਹੜਾ ਇਹਦੇ 'ਤੇ ਕਬਜ਼ਾ ਹੋ ਜਾਏ, ਪਾਰਟੀ ਕਦੀ ਵੀ ਕੋਈ ਮਾੜੀ ਨਹੀਂ ਹੁੰਦੀ, ਇਹਨੂੰ ਚਲਾਉਣ ਵਾਲੇ ਲੋਕ ਗਲਤ ਹੁੰਦੇ ਆ। ਔਰ ਗੜੀ ਸਾਹਿਬ ਤੇ ਬੈਨੀਪਾਲ ਸਾਹਿਬ ਇੰਨਾ ਝੂਠ ਬੋਲਦੇ ਆ, ਮੈਂ ਸਰੇਆਮ ਇਹ ਦਾਅਵੇ ਨਾਲ ਕਹਿ ਸਕਦਾ, ਮੈਂ ਪ੍ਰੂਫ ਕਰ ਸਕਦਾ ਵੀ ਇੰਨਾ ਝੂਠ ਬੋਲਦੇ ਆ, ਲੋਕਾਂ ਨੂੰ ਗੁੰਮਰਾਹ ਕਰਦੇ ਆ। ਸਟੇਜਾਂ ਤੇ ਇਹਨਾਂ ਦੇ ਜਿਹੜੇ ਬੋਲਾਂ ਦੇ ਵਿੱਚ ਮਿਸ਼ਨ ਹੁੰਦਾ, ਇਹਨਾਂ ਦੇ ਦਿਮਾਗ 'ਚ ਕਮਿਸ਼ਨ ਹੈ। ਔਰ ਇਹ ਜਿਹੜਾ ਅਸੀਂ ਫੈਸਲਾ ਲਿਆ, ਇਹਨਾਂ ਨੇ ਜਿੰਨੇ ਕੰਮ ਕਰਨ ਵਾਲੇ ਲੋਕ ਸੀ ਸਾਰੇ ਖੋਡੇ ਲੈਣ ਲਗਾਏ, ਉਹਨਾਂ ਨੂੰ ਘਰ ਬਿਠਾਇਆ, ਉਹਨਾਂ ਨੂੰ ਇਹਨਾਂ ਨੇ ਇਗਨੋਰ ਕੀਤਾ। ਉਹਨਾਂ ਨੇ ਇਹ ਜਿਹੜਾ ਫੈਸਲਾ ਲਿਆ ਦੁਖੀ ਮਨ ਨਾਲ ਲਿਆ, ਦੁਖੀ ਮਨ ਨਾਲ ਪੰਜਾਬ ਬਸਪਾ ਬਣਾਉਣ ਦਾ ਜਿਹੜਾ ਗਰੁੱਪ ਬਣਾਇਆ, ਇਹ ਦੁਖੀ ਮਨ ਦੇ ਨਾਲ ਉਹਨਾਂ ਨੇ ਫੈਸਲਾ ਕੀਤਾ ਵੀ ਕੱਲ੍ਹ ਨੂੰ ਪ੍ਰਧਾਨ ਚੇਂਜ ਹੋ ਜਾਊਗਾ, ਇੰਚਾਰਜ ਚੇਂਜ ਹੋ ਜਾਊਗਾ, ਕੋਈ ਚੰਗਾ ਪ੍ਰਧਾਨ ਤੇ ਚੰਗਾ ਇੰਚਾਰਜ ਆ ਜਾਊਗਾ, ਠੀਕ ਹੈ ਨਾ, ਤੇ ਫਿਰ ਮਿਸ਼ਨ ਲਈ ਜੁੜਿਆ ਜਾ ਸਕਦਾ, ਉੱਤੇ ਵਿਚਾਰ ਕੀਤਾ ਜਾ ਸਕਦਾ। ਇਹ ਜਿਸ ਪਾਰਟੀ ਦੀ ਤੁਸੀਂ ਗੱਲ ਕਰ ਰਹੇ ਹੋ, ਇਸ ਪਾਰਟੀ ਨਾਲ ਮੈਨੂੰ ਇਹ ਵਿਸਤਾਰਪੂਰਵਕ ਮੈਂ ਜਾਣਨਾ ਚਾਹੁੰਦਾ ਤੁਹਾਡੇ ਨਾਲ, ਇਹ ਜਿਹੜੀ ਪਾਰਟੀ ਨੇ ਇਹਦੇ ਨਾਲ ਤੁਹਾਡੇ ਨਾਲ ਕੌਣ-ਕੌਣ ਜੁੜੇ ਨੇ, ਕਿਸ ਜ਼ਿਲ੍ਹੇ 'ਚੋਂ, ਮਤਲਬ ਪੂਰੇ ਪੰਜਾਬ 'ਚੋਂ ਯੂਥ ਵੀ ਜੁੜੇ ਨੇ ਕਿ ਜ਼ਿਲ੍ਹਾ ਲੈਵਲ 'ਤੇ ਜੁੜੇ ਨੇ? ਦੇਖੋ, ਇਹਦੇ ਨਾਲ ਇਹ ਸਾਡੇ ਗਰੁੱਪ ਦੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਲੋਕ ਹੈਗੇ ਨੇ। ਬਹੁਤ ਵੱਡਾ ਸਾਡਾ ਗਰੁੱਪ ਹੈ। ਉਹ 'ਚ ਸਾਬਕਾ ਪ੍ਰਧਾਨ ਮਾਨਯੋਗ ਰਛਪਾਲ ਸਿੰਘ ਰਾਜੂ ਜੀ, ਔਰ IAS ਰਿਟਾਇਰਡ ਚੌਧਰੀ ਖੁਸ਼ੀ ਰਾਮ ਜੀ, ਔਰ ਹੋਰ ਵੀ ਮੈਂ ਕਿੰਨਾ ਦੇ ਨਾਮ ਲਾਵਾਂ। ਪੂਰੇ ਪੰਜਾਬ ਦੇ ਵਿੱਚੋਂ ਸਾਡੇ ਗਰੁੱਪ 'ਚ ਲੋਕ ਹੈਗੇ ਆ ਜਿਹੜੇ ਇਹਨਾਂ ਤੋਂ ਦੁਖੀ ਹੈਗੇ ਆ। ਫਗਵਾੜੇ ਦੀ ਕਾਫੀ ਟੀਮ ਸਾਡੇ ਨਾਲ ਹੈ, ਲੁਧਿਆਣੇ ਦੀ ਕਾਫੀ ਟੀਮ ਸਾਡੇ ਨਾਲ ਹੈ, ਇੱਧਰ ਬਠਿੰਡਾ ਸਾਈਡ ਤੋਂ ਕਾਫੀ ਲੋਕ ਨਾਲ ਨੇ, ਅੰਮ੍ਰਿਤਸਰ ਤੋਂ ਕਾਫੀ ਲੋਕ ਨਾਲ ਨੇ, ਗੁਰਦਾਸਪੁਰ ਤੋਂ ਕਾਫੀ ਨਾਲ ਨੇ, ਹੁਸ਼ਿਆਰਪੁਰ ਤੋਂ ਸਾਡੇ ਜਿਹੜੇ ਯੂਥ ਵਿੰਗ ਦੇ ਅਸੀਂ ਪੰਜਾਬ ਦੇ ਪ੍ਰਧਾਨ ਲਗਾਏ ਨੇ, ਜਿਹੜੇ 2012 ਦੇ ਵਿੱਚ ਯੂਥ ਵਿੰਗ ਦੁਆਬੇ ਦੇ ਪ੍ਰਧਾਨ ਸੀ ਪੰਜਾਬ ਦੇ BSP ਵੱਲੋਂ, ਔਰ 2017 ਦੇ ਵਿੱਚ ਉਹਨਾਂ ਨੇ ਜ਼ਿਲ੍ਹੇ ਦੀ ਕਮਾਂਡ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਇੰਜੀਨੀਅਰ ਪੁਰਸ਼ੋਤਮ ਰਾਜ ਅਹੀਰ ਜੀ, ਜਿਨ੍ਹਾਂ ਨੇ ਫਗਵਾੜੇ ਇਲੈਕਸ਼ਨ ਦੇ ਵਿੱਚ ਪੂਰੇ ਪਰਿਵਾਰ ਨੇ, ਮਤਲਬ ਜਿੰਨਾ ਚਿਰ ਮੈਂ ਫਗਵਾੜੇ ਰਿਹਾ ਉਹ ਪੂਰਾ ਪਰਿਵਾਰ ਮੇਰੇ ਨਾਲ ਰਿਹਾ। ਪ੍ਰਧਾਨ ਨੇ ਤਾਂ ਰਹਿਣਾ ਹੀ ਸੀ, ਉਹਦਾ ਪਰਿਵਾਰ ਵੀ ਮੇਰੇ ਨਾਲ ਰਿਹਾ ਵੀ ਇਹ ਠੇਕੇਦਾਰ ਸਾਹਿਬ ਸਾਡੇ ਪਰਿਵਾਰਕ ਮੈਂਬਰ ਆ, ਅਸੀਂ ਇਹਨਾਂ ਨੂੰ ਜਿਤਾਉਣ ਵਾਸਤੇ ਕੋਈ ਕਮੀ ਪੇਸ਼ੀ ਨਾ ਛੱਡੀਏ। ਉਹਨਾਂ ਦਾ ਜਿਹੜਾ ਛੋਟਾ ਭਰਾ ਸੀ, ਉਹਨਾਂ ਨੇ ਖੁਦ ਮੇਰੀ ਗੱਡੀ ਡਰਾਈਵ ਕੀਤੀ, ਮੇਰੀ ਸਿਕਿਉਰਿਟੀ ਵੀ ਕੀਤੀ, ਮੇਰੀ ਗੱਡੀ ਵੀ ਡਰਾਈਵ ਕੀਤੀ, ਔਰ ਇਹੋ ਜਿਹੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਆ। ਠੇਕੇਦਾਰ ਜੇ ਗੱਲ ਕਰੀਏ ਪੁਰਸ਼ੋਤਮ ਜੀ ਉਹਨਾਂ ਦੇ ਪਰਿਵਾਰ ਦੀ, ਵੀ ਉਹ ਸ਼ੁਰੂ ਤੋਂ ਇਸ ਮਿਸ਼ਨ ਦੇ ਨਾਲ ਜੁੜੇ ਨੇ, ਇਸ ਜਿਹੜੀ ਨਵੀਂ ਪਾਰਟੀ ਹੈ ਉਹਦੇ ਨਾਲ ਵੀ ਜੁੜੇ ਨੇ? ਬਿਲਕੁਲ। ਦੇਖੋ, ਸਾਡੀ ਇੱਕ ਦਿਲੀ ਸਾਂਝ ਹੈ, ਉਹ ਵੀ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੇ ਆਦੀ ਆ, ਤੇ ਅਸੀਂ ਵੀ ਗਲਤ ਨੂੰ ਗਲਤ ਤੇ ਸਹੀ ਕਹਿਣ ਦੇ ਆਦੀ ਆ। ਤੇ ਇਹੋ ਜਿਹੜੇ ਵਿਚਾਰਧਾਰਾ ਦੇ ਲੋਕ ਹੈ ਉਹ ਸਾਰੇ ਇਕੱਠੇ ਹੋ ਗਏ ਆ, ਔਰ ਇਕੱਠੇ ਹੋ ਕੇ ਇਹ ਗਰੁੱਪ ਨੂੰ ਰਨ ਕਰ ਰਹੇ ਆ। ਅਸੀਂ ਸਾਰੇ ਇਕੱਠੇ ਆ। ਠੇਕੇਦਾਰ ਸਾਹਿਬ ਜੇ ਗੱਲ ਕਰੀਏ ਮਿਸ਼ਨ ਦੀ, ਤਾਂ ਬਹੁਤ ਅੱਗੇ ਤੱਕ ਤੁਸੀਂ ਇਸ ਮਿਸ਼ਨ ਨੂੰ ਲੈ ਕੇ ਗਏ ਹੋ। ਤੁਹਾਡੇ ਨਾਲ ਬਹੁਤ ਹੀ ਯੂਥ ਤੇ ਬਹੁਤ ਹੀ ਜਿਹੜੇ ਸੀਨੀਅਰ ਨੇ ਉਹ ਤੁਹਾਡੇ ਨਾਲ ਜੁੜੇ ਨੇ, ਉਹ ਪਾਰਟੀ ਦੇ ਲਈ ਹਾਲੇ ਵੀ ਉਹ ਕੰਮ ਕਰਦੇ। ਦੇ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਬਹੁਜਨ ਸਮਾਜ ਪਾਰਟੀ ਲਈ, ਜੇ ਬਹੁਜਨ ਸਮਾਜ ਪਾਰਟੀ ਦੇ ਕੋਈ ਖਰੇ ਉੱਥੇ ਦੀ ਸਟੇਟ ਦੀ ਟੀਮ ਆਉਂਦੀ ਹੈ, ਜੇ ਤੁਹਾਨੂੰ ਦੁਆ 'ਚ ਹੀ ਮੌਕਾ ਦੇਣ, ਪਾਰਟੀ ਪ੍ਰਤੀ ਦੁਆ 'ਚ ਹੀ MLA ਟਿਕਟ ਜਾਂ MP ਟਿਕਟ ਦੇਣ, ਉਹਦੇ ਲਈ ਤੁਹਾਡੇ ਕੀ ਵਿਚਾਰ ਨੇ? ਦੇਖੋ, ਮੈਂ ਸ਼ਾਇਦ ਪਹਿਲਾਂ ਵੀ ਮੈਂ ਸ਼ਬਦ ਬੋਲਿਆ ਕਿ ਪਾਰਟੀ ਕਦੀ ਵੀ ਕੋਈ ਮਾੜੀ ਨਹੀਂ ਹੁੰਦੀ, ਉਹਨੂੰ ਚਲਾਉਣ ਵਾਲੇ ਲੋਕ ਮਾੜੇ ਹੁੰਦੇ ਆ। ਜਦੋਂ ਮਾੜੇ ਲੋਕ ਹੁੰਦੇ ਆ ਤੇ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਉਹ ਨਾਰਾਜ਼ ਕਰਕੇ ਘਰ ਬਿਠਾ ਦਿੰਦੇ ਆ। ਜਦੋਂ ਚੰਗੇ ਲੋਕ ਆਉਂਦੇ ਆ ਤੇ ਉਹ ਉਹਨਾਂ ਨੂੰ ਆਪਣੇ ਨਾਲ ਫੇਰ ਜੋੜ ਲੈਂਦੇ ਆ।